1 ਸਤੰਬਰ 2023 ਨੂੰ ਸਾਡੇ ਸਾਬਕਾ ਪ੍ਰੈਜ਼ੀਡੈਂਟ ਰਾਮਨਾਥ ਕੋਵਿੰਦ ਦੇ ਅੰਡਰ ਇੱਕ ਕਮੇਟੀ ਬਿਠਾਈ ਗਈ ਜਿਹਦੇ ਵਿੱਚ ਵਨ ਨੇਸ਼ਨ ਵਨ ਇਲੈਕਸ਼ਨ ਵਾਲਾ ਮੁੱਦਾ ਇੱਕ ਵਾਰੀ ਫਿਰ ਤੋਂ ਚੁੱਕਿਆ ਗਿਆ ਤੇ ਜਿੱਦਾਂ ਹੀ ਇਹ ਖਬਰ ਪਬਲਿਕ ਚ ਆਈ ਆਪੋਜ਼ਿਟ ਪਾਰਟੀਆਂ ਨੇ ਇਹਦਾ ਪੂਰਾ ਡਟ ਕੇ ਵਿਰੋਧ ਕੀਤਾ। ਰਾਹੁਲ ਗਾਂਧੀ ਨੇ ਤਾਂ ਇੱਥੋਂ ਤੱਕ ਕਹਿਤਾ ਕਿ ਸਾਡੀ ਇੰਡੀਅਨ ਯੂਨੀਅਨਸ ਤੇ ਸਟੇਟਸ ਦੇ ਸਿੱਧਾ ਅਟੈਕ ਕੀਤਾ ਜਾ ਰਿਹਾ ਹੈ ਤੇ ਦੇਖ ਕੇ ਇਹ ਲੱਗ ਰਿਹਾ ਹੈ ਕਿ ਕੇਜਰੀਵਾਲ ਵੀ ਹਜੇ ਇਹਨੂੰ ਸਪੋਰਟ ਕਰਨ ਦੇ ਮੂਡ 'ਚ ਨਹੀਂ ਹੈ। ਡੀਐਮਕੇ ਨੇ ਵੀ ਇਹਨੂੰ ਪ੍ਰੋਪਰਲੀ ਅਪੋਜ਼ ਕੀਤਾ ਤੇ ਇਹਨਾਂ ਸਾਰੀਆਂ ਚੀਜ਼ਾਂ ਦੇ ਵਿਚਕਾਰ ਅਮਿਤ ਸ਼ਾਹ ਨੇ ਇੱਕ ਪੈਨਲ ਬਣਾਇਆ ਜਿਹਦੇ ਵਿੱਚ ਇਹ ਕਿਹਾ ਗਿਆ ਹੈ ਕਿ ਵਨ ਨੇਸ਼ਨ ਵਨ ਇਲੈਕਸ਼ਨ ਜਿਹੜਾ ਫਾਰਮੂਲਾ ਉਹਦੇ ਤੇ ਕੰਮ ਕਰਨਾ ਸ਼ੁਰੂ ਕੀਤਾ ਜਾਵੇ। हर साल चुनाव होना, हर महीने चुनाव होना, वो लोकतंत्र के लिए भी ठीक नहीं है। इसका एक ही समय निश्चित करें। ये नहीं हो सकता है, ये भारत के संविधान के खिलाफ होगा। वन नेशन वन इलेक्शन के बारे में बात करें, सूत्रों के हवाले से आपके चैनल को बताया जा रहा है कि जो लॉ पैनल की जो मीटिंग है वो आज होने वाली है। Now the Law Commission of India is set to submit a report recommending simultaneous elections in the country. One nation, one election. It's a bit of a surprise. I was not expecting this. We don't know what the government wants to do. वन नेशन वन इलेक्शन हो चाहे वन नेशन 20 इलेक्शन हो चाहे वन नेशन 100 इलेक्शन हो, हमको क्या लेना देना। आउटराइट ये कह देना कि एक देश एक चुनाव के हम पक्ष में नहीं है। अरे चर्चा तो करो भाई। 2024 ਦੇ ਜਨਰਲ ਇਲੈਕਸ਼ਨ ਜਿਵੇਂ ਨੇੜੇ ਆ ਰਹੇ ਹਨ, ਇੱਕ ਪਾਸੇ ਤਾਂ ਇਹ ਵਨ ਨੇਸ਼ਨ ਵਨ ਇਲੈਕਸ਼ਨ ਪਾਲਿਸੀ ਨੂੰ ਬੜੀ ਕ੍ਰਾਂਤੀਕਾਰੀ ਪਾਲਿਸੀ ਦੱਸਿਆ ਜਾ ਰਿਹਾ ਹੈ ਤੇ ਦੂਜੇ ਪਾਸੇ ਇਸੇ ਪਾਲਿਸੀ ਨੂੰ ਅਬਿਊਜ਼ ਆਫ ਪਾਵਰ ਤੇ ਜਾਂ ਫਿਰ ਬੀਜੇਪੀ ਦਾ 2024 ਦੇ ਇਲੈਕਸ਼ਨ ਜਿੱਤਣ ਦਾ ਸੀਕ੍ਰੀਟ ਫਾਰਮੂਲਾ ਵੀ ਦੱਸਿਆ ਜਾ ਰਿਹਾ ਹੈ। ਤੇ ਇਹਨਾਂ ਸਾਰੀਆਂ ਚੀਜ਼ਾਂ ਦੇ ਵਿਚਕਾਰ ਸਾਡਾ ਮੀਡੀਆ ਆਪਣੀ ਆਦਤ ਤੋਂ ਮਜਬੂਰ ਇਹਨਾਂ ਚੀਜ਼ਾਂ ਨੂੰ ਸਮਝਾਉਣ ਦੀ ਬਜਾਏ ਹੋਰ ਹੀ ਯੂਜ਼ਲੈਸ ਚੀਜ਼ਾਂ ਦੀ ਡਿਬੇਟ ਕਰਨ 'ਚ ਲੱਗਿਆ ਹੋਇਆ ਹੈ। ਸੋ ਅੱਜ ਦੀ ਇਸ ਵੀਡੀਓ ਦੇ ਜ਼ਰੀਏ ਆਪਾਂ ਪਹਿਲਾਂ ਤਾਂ ਇਹੀ ਸਮਝਾਂਗੇ ਕਿ ਇਹ ਵਨ ਨੇਸ਼ਨ ਵਨ ਇਲੈਕਸ਼ਨ ਹੈ ਕੀ, ਕਿਉਂ ਕੁਝ ਪਾਰਟੀਆਂ ਨੂੰ ਰੈਵੋਲੂਸ਼ਨਰੀ ਕਨਸੈਪਟ ਕਹਿ ਰਹੀਆਂ ਨੇ ਤੇ ਕੁਝ ਪਾਰਟੀਆਂ ਲਈ ਇਹ ਇੱਕ ਭਿਆਨਕ ਕਨਸੈਪਟ ਹੋ ਸਕਦਾ ਤੇ ਇਹਦੇ ਨਾਲ ਇਸ ਕਨਸੈਪਟ ਨੂੰ ਸਮਝਾਉਣ ਦੇ ਲਈ ਅਸੀਂ ਕਿਸ਼ੋਰ ਦੇਸਾਈ ਤੇ ਵਿਵੇਕ ਡੈਬਰੋਏ ਦੇ ਡਿਸਕਸ਼ਨ ਪੇਪਰ ਯੂਜ਼ ਕਰਾਂਗੇ। ਤੁਹਾਨੂੰ ਸ਼ਾਇਦ ਨਾ ਪਤਾ ਹੋਵੇ ਪਰ ਵਿਵੇਕ ਸਾਡੇ ਪ੍ਰਧਾਨ ਮੰਤਰੀ ਦੀ ਇਕਨੋਮਿਕ ਐਡਵਾਈਜ਼ਰੀ ਦੇ ਚੇਅਰਮੈਨ ਨੇ ਤੇ ਇਹਨਾਂ ਦੇ ਡਿਸਕਸ਼ਨ ਪੇਪਰਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ। ਤਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਵਨ ਨੇਸ਼ਨ ਵਨ ਇਲੈਕਸ਼ਨ ਦੇ ਬੇਸਿਕ ਕਨਸੈਪਟ ਤੋਂ। ਅੱਜ ਦੇ ਟਾਈਮ ਤੇ ਜੇਕਰ ਦੇਖਿਆ ਜਾਵੇ ਤਾਂ ਇਲੈਕਸ਼ਨ ਦੋ ਤਰੀਕੇ ਨਾਲ ਹੁੰਦੇ ਆ, ਲੋਕ ਸਭਾ ਇਲੈਕਸ਼ਨ ਤੇ ਸਟੇਟ ਲੈਜਿਸਲੇਟਿਵ ਅਸੈਂਬਲੀ ਦੇ ਇਲੈਕਸ਼ਨ, ਤੇ ਦੋਨੋਂ ਇਲੈਕਸ਼ਨ ਹੀ ਅਲੱਗ-ਅਲੱਗ ਟਾਈਮ ਤੇ ਹੁੰਦੇ ਆ। ਜਿੱਥੇ ਅੱਜ ਦੇ ਫਾਰਮੂਲੇ ਦੇ ਹਿਸਾਬ ਨਾਲ ਸਟੇਟਸ ਦੇ ਇਲੈਕਸ਼ਨ ਅਲੱਗ-ਅਲੱਗ ਟਾਈਮ ਤੇ ਹੁੰਦੇ ਆ ਤਾਂ ਕਿ ਇਹਨਾਂ ਦੇ ਵਿੱਚ ਕੋਈ ਕਨਫਲਿਕਟ ਨਾ ਆਵੇ, ਉੱਥੇ ਹੀ ਵਨ ਨੇਸ਼ਨ ਵਨ ਇਲੈਕਸ਼ਨ ਪਾਲਿਸੀ ਦੇ ਅੰਡਰ ਤੁਸੀਂ ਆਪਣਾ ਸਟੇਟ ਰਿਪਰੈਜ਼ੈਂਟੇਟਿਵ ਤੇ ਆਪਣੀ ਕੰਟਰੀ ਦਾ ਰਿਪਰੈਜ਼ੈਂਟੇਟਿਵ ਇੱਕੋ ਟਾਈਮ ਤੇ ਚੂਜ਼ ਕਰ ਸਕਦੇ ਹੋ। ਮਤਲਬ ਕਿ ਤੁਸੀਂ ਦੋਨਾਂ ਨੂੰ ਇੱਕੋ ਟਾਈਮ ਤੇ ਵੋਟ ਦੇ ਸਕਦੇ ਹੋ। ਜੇ ਸੌਖੇ ਸ਼ਬਦਾਂ 'ਚ ਕਹਾਂ ਤਾਂ ਤੁਹਾਡੇ ਲੋਕ ਸਭਾ ਤੇ ਸਟੇਟ ਇਲੈਕਸ਼ਨ ਇੱਕੋ ਟਾਈਮ ਤੇ ਹੋਇਆ ਕਰਨਗੇ। ਤੇ ਕੋਈ ਨਵਾਂ ਕਨਸੈਪਟ ਨਹੀਂ ਆ। ਕਨਸਟੀਟਿਊਸ਼ਨ ਤੋਂ ਬਾਅਦ 1951 ਤੋਂ ਲੈ ਕੇ 1967 ਤੱਕ ਇੰਡੀਆ ਦੇ ਵਿੱਚ ਇਸੇ ਤਰੀਕੇ ਨਾਲ VOTING ਹੁੰਦੀ ਸੀ ਤੇ 1967 ਤੋਂ ਬਾਅਦ ਇੰਡੀਆ ਦੀ ਪੋਲਿਟਿਕਸ ਦੇ ਵਿੱਚ ਕਾਫੀ ਉਤਰਾਅ ਚੜਾਅ ਆਉਣ ਲੱਗ ਗਏ ਸੀ। ਕਾਂਗਰਸ ਪਾਰਟੀ ਨੇ ਬਹੁਤ ਸਾਰੀਆਂ ਸਟੇਟਸ ਦੇ ਵਿੱਚ ਆਪਣੀ ਸਰਕਾਰ ਗਵਾ ਲਈ ਸੀ, ਜਿਵੇਂ ਕਿ ਬਿਹਾਰ, ਪੰਜਾਬ, ਉੱਤਰ ਪ੍ਰਦੇਸ਼। ਇਹਨਾਂ ਸਟੇਟਸ ਦੇ ਵਿੱਚ ਗੱਠਜੋੜ ਦੀ ਸਰਕਾਰ ਜਾਂ ਫਿਰ ਨਾਨ ਕਾਂਗਰਸ ਗਵਰਨਮੈਂਟ ਆਉਣ ਲੱਗ ਗਈ ਸੀ। ਇਸ ਤੋਂ ਬਾਅਦ 1968 ਦੇ ਵਿੱਚ ਜਾ ਕੇ ਉੱਤਰ ਪ੍ਰਦੇਸ਼ ਦੇ ਵਿੱਚ ਪਹਿਲੀ ਵਾਰ ਪ੍ਰੈਜ਼ੀਡੈਂਟ ਰੂਲ ਇੰਪੋਜ਼ਡ ਹੋਇਆ ਸੀ, ਜੋ ਕਿ 25 ਫਰਵਰੀ 1968 ਤੋਂ ਲੈ ਕੇ 26 ਫਰਵਰੀ 1969 ਤੱਕ ਚੱਲਿਆ ਸੀ। ਤੇ ਇਸ ਚੀਜ਼ ਦੇ ਚੱਲਦੇ ਹੋਏ 15 ਅਪ੍ਰੈਲ 1968 ਨੂੰ ਲੈਜਿਸਲੇਟਿਵ ਅਸੈਂਬਲੀ ਨੂੰ ਸਸਪੈਂਡ ਤੇ ਡਿਸੋਲਵ ਕੀਤਾ ਗਿਆ ਸੀ। ਉਸ ਤੋਂ ਬਾਅਦ ਜਾ ਕੇ 1971 ਦੇ ਵਿੱਚ ਇੰਦਰਾ ਗਾਂਧੀ ਨੇ ਅਰਲੀ ਇਲੈਕਸ਼ਨ ਕਰਵਾਈ ਸੀ, ਜੋ ਕਿ ਓਰੀਜਨਲੀ 1972 ਦੇ ਵਿੱਚ ਜਾ ਕੇ ਹੋਣੀ ਸੀ। ਤੇ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਾਅਦ ਵੀ ਸਟੇਟ ਇਲੈਕਸ਼ਨ ਸ਼ੈਡਿਊਲ ਤੇ ਲੋਕ ਸਭਾ ਇਲੈਕਸ਼ਨ ਸ਼ੈਡਿਊਲ ਦਾ ਲਿੰਕ ਨਹੀਂ ਹੋ ਪਾਇਆ। ਸੋ ਬੇਸਿਕਲੀ ਦੇਖਿਆ ਜਾਵੇ ਤਾਂ ਇਹ ਕਨਸੈਪਟ ਸਾਡੇ ਦੇਸ਼ ਲਈ ਬਹੁਤ ਪੁਰਾਣਾ ਹੈ, ਪਰ ਸਾਡੇ ਦੇਸ਼ ਦੀ ਪੋਲੀਟੀਕਲ ਸਟੇਬਿਲਿਟੀ ਨਾ ਹੋਣ ਕਰਕੇ ਨਾ ਅਸੀਂ ਇਹਨੂੰ ਫੋਲੋ ਨਹੀਂ ਕਰ ਪਾਏ। ਪਰ ਹੁਣ ਇੱਥੇ ਸਵਾਲ ਇਹ ਹੁੰਦਾ ਹੈ ਵੀ ਜਿਹੜੀ ਕਰੰਟ ਗਵਰਨਮੈਂਟ ਹੈ ਇਹ ਦੁਬਾਰਾ ਤੋਂ ਇਹ ਕਨਸੈਪਟ ਲਿਆਉਣਾ ਚਾਹੁੰਦੀ ਹੈ, ਪਰ ਕਿਉਂ? ਤੇ ਜੇਕਰ ਇਹ ਸਟੇਟ ਇਲੈਕਸ਼ਨ ਤੇ ਲੋਕ ਸਭਾ ਇਲੈਕਸ਼ਨ ਇਕੱਠੇ ਹੁੰਦੇ ਵੀ ਹੈ ਤਾਂ ਇਹਨਾਂ ਦਾ ਆਮ ਲੋਕਾਂ ਨੂੰ ਕੀ ਬੈਨੀਫਿਟ ਹੋਏਗਾ? ਵੈਸੇ ਦੇਖਿਆ ਜਾਵੇ ਤਾਂ ਸੈਂਟਰਲ ਇਲੈਕਸ਼ਨ ਤੇ ਸਟੇਟ ਇਲੈਕਸ਼ਨ ਇਕੱਠੇ ਕਰਵਾਉਣ ਦੇ ਫਾਇਦੇ ਤਾਂ ਹੈਗੇ ਆ। ਸਭ ਤੋਂ ਪਹਿਲਾ ਫਾਇਦਾ ਤਾਂ ਇਹੀ ਹੈ ਕਿ ਇੰਡੀਆ ਦੇ ਵਿੱਚ ਇਲੈਕਸ਼ਨ ਤੋਂ ਪਹਿਲਾਂ ਜਿਹੜਾ ਚੋਣ ਜ਼ਾਬਤਾ ਲੱਗਦਾ ਹੈ ਨਾ, ਇਨਐਫੀਸ਼ੀਐਂਸੀ ਯਾਨੀ ਕਿ ਜਿਹੜੀ ਉਹਦੀ ਅਯੋਗਤਾ ਹੈ ਨਾ, ਇੰਡੀਆ ਨੂੰ ਉਹਦੇ ਵਿੱਚੋਂ ਬਾਹਰ ਨਿਕਲਣ ਦੇ ਵਿੱਚ ਬੜੀ ਹੈਲਪ ਮਿਲੇਗੀ। ਚੋਣ ਜ਼ਾਬਤੇ ਦੇ ਵਿੱਚ ਬੇਸਿਕਲੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੁਆਰਾ ਕੁਝ ਗਾਈਡਲਾਈਨਸ ਇਸ਼ੂ ਕੀਤੀਆਂ ਜਾਂਦੀਆਂ ਨੇ ਹਰ ਇੱਕ ਪੋਲੀਟੀਕਲ ਪਾਰਟੀ ਦੇ ਲਈ, ਜਿਹਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਇਲੈਕਸ਼ਨ ਦੀ ਡੇਟ ਅਨਾਉਂਸ ਹੋਣ ਤੋਂ ਲੈ ਕੇ ਇਲੈਕਸ਼ਨ ਦਾ ਰਿਜ਼ਲਟ ਆਉਣ ਤੱਕ ਹਰ ਇੱਕ ਪੋਲੀਟੀਕਲ ਪਾਰਟੀ ਨੂੰ ਕੁਝ ਰੂਲਸ ਫੋਲੋ ਕਰਨੇ ਪੈਂਦੇ ਆ। ਜਿਸ ਦਿਨ ਇਲੈਕਸ਼ਨ ਦੀ ਡੇਟ ਅਨਾਉਂਸ ਹੁੰਦੀ ਆ ਉਸ ਦਿਨ ਤੋਂ ਲੈ ਕੇ ਇਲੈਕਸ਼ਨ ਦੀ ਪੂਰੀ ਪ੍ਰੋਸੈਸ ਤੱਕ ਸਟੇਟ ਦੇ ਵਿੱਚ ਜੋ ਇਲੈਕਸ਼ਨ ਹੋ ਰਿਹਾ ਉੱਥੋਂ ਦੇ ਰੂਟੀਨ ਐਡਮਿਨਿਸਟ੍ਰੇਟਿਵ ਤੋਂ ਇਲਾਵਾ ਕੋਈ ਵੀ ਵੈਲਫੇਅਰ ਸਕੀਮ, ਡਿਵੈਲਪਮੈਂਟਲ ਪ੍ਰੋਗਰਾਮਸ ਜਾਂ ਫਿਰ ਕੈਪੀਟਲ ਪ੍ਰੋਜੈਕਟਸ ਐਦਾਂ ਦਾ ਕੁਝ ਵੀ ਕੋਈ ਵੀ ਪੋਲੀਟੀਕਲ ਪਾਰਟੀ ਨਹੀਂ ਕਰ ਸਕਦੀ। ਟੈਂਪਰੇਰੀ ਬੇਸਿਸ ਤੇ ਇਹਨਾਂ ਸਾਰੀਆਂ ਪਾਰਟੀਆਂ ਨੂੰ ਇਲੈਕਸ਼ਨ ਖਤਮ ਹੋਣ ਤੱਕ ਸਸਪੈਂਡ ਕੀਤਾ ਜਾਂਦਾ। ਜੇ ਸੌਖੇ ਸ਼ਬਦਾਂ 'ਚ ਕਹਾਂ ਤਾਂ ਜਦੋਂ ਚੋਣ ਜ਼ਾਬਤਾ ਲੱਗਿਆ ਹੁੰਦਾ ਤਾਂ ਕੋਈ ਵੀ ਪਾਰਟੀ ਆਪਣੀ ਪ੍ਰਮੋਸ਼ਨ ਨਹੀਂ ਕਰ ਸਕਦੀ। ਇਸੇ ਤਰੀਕੇ ਨਾਲ ਜਦੋਂ ਕੋਈ ਸਟੇਟ ਇਲੈਕਸ਼ਨ ਹੁੰਦੇ ਆ ਤਾਂ ਸਟੇਟ ਗਵਰਨਮੈਂਟ ਕੋਈ ਵੀ ਵੱਡਾ ਪ੍ਰੋਜੈਕਟ ਅਨਾਉਂਸ ਨਹੀਂ ਕਰ ਸਕਦੀ, ਫਿਰ ਚਾਹੇ ਉਹ ਦੇਸ਼ ਦੀ ਜਾਂ ਫਿਰ ਸਟੇਟ ਦੀ ਇਕਨੋਮੀ ਲਈ ਕਿੰਨਾ ਵੀ ਇੰਪੋਰਟੈਂਟ
ਇੰਪੋਰਟੈਂਟ ਕਿਉਂ ਨਾ ਹੋਵੇ। ਇਸੇ ਤਰੀਕੇ ਨਾਲ 2019 ਦੇ ਜਨਰਲ ਇਲੈਕਸ਼ਨ ਦੇ ਟਾਈਮ ਤੇ 10 ਮਾਰਚ ਤੋਂ ਲੈ ਕੇ 23 ਮਈ ਤੱਕ, ਯਾਨੀ ਕਿ ਇਲੈਕਸ਼ਨ ਦੀ ਡੇਟ ਅਨਾਉਂਸ ਹੋਣ ਤੋਂ ਲੈ ਕੇ ਇਲੈਕਸ਼ਨ ਦਾ ਰਿਜ਼ਲਟ ਆਉਣ ਤੱਕ ਪੂਰੇ 2.5 ਮਹੀਨੇ ਤੱਕ ਦੇਸ਼ ਦੇ ਵਿੱਚ ਕੋਈ ਵੀ ਪ੍ਰੋਜੈਕਟ ਸਟਾਰਟ ਜਾਂ ਫਿਰ ਅਨਾਉਂਸ ਨਹੀਂ ਕੀਤਾ ਗਿਆ। ਜਿਵੇਂ ਕਿ ਕੋਈ ਹੈਲਥ ਕੇਅਰ ਸਕੀਮ ਨਹੀਂ ਆਈ, ਕੋਈ ਹਾਈਵੇ ਪ੍ਰੋਜੈਕਟ ਨਹੀਂ ਸਟਾਰਟ ਕੀਤਾ ਗਿਆ। ਤੇ ਇਸੇ ਤਰੀਕੇ ਨਾਲ ਕਰਨਾਟਕਾ ਅਸੈਂਬਲੀ ਇਲੈਕਸ਼ਨ ਦੇ ਟਾਈਮ ਤੇ 29 ਮਾਰਚ 2023 ਨੂੰ ਇਲੈਕਸ਼ਨ ਦੀ ਡੇਟ ਡਿਕਲੇਅਰ ਕੀਤੀ ਗਈ ਸੀ। 13 ਮਈ 2023 ਤੱਕ ਜਦੋਂ ਤੱਕ ਇਲੈਕਸ਼ਨ ਦਾ ਰਿਜ਼ਲਟ ਨਹੀਂ ਆ ਗਿਆ, ਪੂਰਾ 1.5 ਮਹੀਨਾ ਪੂਰੀ ਸਟੇਟ ਦੇ ਵਿੱਚ ਕੋਈ ਪ੍ਰੋਜੈਕਟ ਨਹੀਂ ਸ਼ੁਰੂ ਕੀਤਾ ਗਿਆ। ਇਨਫੈਕਟ ਸਟੇਟ ਇਲੈਕਸ਼ਨ ਦੇ ਟਾਈਮ ਤੇ ਜੇਕਰ ਸੈਂਟਰਲ ਸਰਕਾਰ ਵੀ ਉਸ ਸਟੇਟ ਦੇ ਵਿੱਚ ਕੋਈ ਨਵਾਂ ਪ੍ਰੋਜੈਕਟ ਲਿਆਉਣਾ ਚਾਹੁੰਦੀ ਹੈ ਤਾਂ ਇਹ ਵੀ ਪੋਸੀਬਲ ਨਹੀਂ ਹੈ। ਇਹਦਾ ਮਤਲਬ ਇਹ ਹੈ ਕਿ ਜਦੋਂ ਦੇਸ਼ ਦੇ ਵਿੱਚ ਸਟੇਟ ਇਲੈਕਸ਼ਨ ਜਾਂ ਫਿਰ ਸੈਂਟਰਲ ਇਲੈਕਸ਼ਨ ਚੱਲ ਰਹੇ ਹੁੰਦੇ ਆ ਤਾਂ ਉਸ ਟਾਈਮ ਤੇ ਇਹ 2.5 ਤੋਂ 3-4 ਮਹੀਨਿਆਂ ਤੱਕ ਦੇਸ਼ ਦੇ ਸਾਰੇ ਪ੍ਰੋਜੈਕਟਸ ਹੋਲਡ ਤੇ ਰੱਖੇ ਜਾਂਦੇ ਆ। ਹੁਣ ਇੱਥੇ ਇਲੈਕਸ਼ਨ ਕਮਿਸ਼ਨ ਦਾ ਮੰਨਣਾ ਹੈ ਕਿ ਇਲੈਕਸ਼ਨ ਦੇ ਟਾਈਮ ਤੇ, ਯਾਨੀ ਕਿ ਵੋਟਾਂ ਦੇ ਟਾਈਮ ਤੇ ਜਦੋਂ ਪਾਰਟੀਆਂ ਆਪਣੀ ਅਨਾਉਂਸਮੈਂਟ ਕਰਦੀਆਂ ਨੇ ਤਾਂ ਉਹ ਕੋਈ ਗ੍ਰੈਂਡ ਅਨਾਉਂਸਮੈਂਟ ਕਰਦੀਆਂ ਨੇ ਤਾਂ ਕਿ ਉਹਦੇ ਵਿੱਚ ਉਹ ਆਪਣਾ ਫਾਇਦਾ ਲੈ ਸਕਣ, ਉਹਨਾਂ ਨੂੰ ਵੋਟਾਂ ਮਿਲ ਸਕਣ। ਇਸ ਲਈ ਇੰਡੀਆ ਦਾ ਇਲੈਕਸ਼ਨ ਕਮਿਸ਼ਨ ਇਸ ਚੀਜ਼ ਨੂੰ ਲੈ ਕੇ ਕਾਫੀ ਸਟ੍ਰਿਕਟ ਹੈ। ਬਟ ਇਸੇ ਰੂਲ ਦੇ ਚੱਲਦੇ ਹੋਏ 2014 ਦੇ ਵਿੱਚ ਪੂਰੇ 7 ਮਹੀਨਿਆਂ ਦੇ ਲਈ ਗਵਰਨਮੈਂਟ ਤੇ ਡਿਵੈਲਪਮੈਂਟਲ ਐਕਟੀਵਿਟੀਜ਼ ਨੂੰ ਰੋਕਿਆ ਗਿਆ ਸੀ। 3 ਮਹੀਨਿਆਂ ਦੇ ਲਈ ਪੂਰੇ ਦੇਸ਼ ਦੇ ਵਿੱਚ, ਅਗਲੇ 2 ਮਹੀਨਿਆਂ ਦੇ ਲਈ ਝਾਰਖੰਡ ਤੇ ਜੰਮੂ ਐਂਡ ਕਸ਼ਮੀਰ ਇਲੈਕਸ਼ਨ ਦੇ ਕਰਕੇ, ਤੇ ਅਗਲੇ 2 ਮਹੀਨੇ ਹਰਿਆਣਾ ਤੇ ਮਹਾਰਾਸ਼ਟਰ ਦੇ ਇਲੈਕਸ਼ਨ ਕਰਕੇ। ਤੇ ਇਸ ਚੀਜ਼ ਨੂੰ ਦੇਖ ਕੇ ਇਹ ਲੱਗਦਾ ਵੀ ਇਹ ਰੂਲ ਜਾਂ ਫਿਰ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਸਾਨੂੰ ਬਹੁਤ ਵੱਡੀ ਇਕਨੋਮਿਕ ਤੇ ਫਾਈਨੈਂਸ਼ੀਅਲ ਕ੍ਰਾਈਸਿਸ ਵੱਲ ਲੈ ਕੇ ਜਾਂਦੀਆਂ ਨੇ। ਤੇ ਜੇਕਰ ਵਨ ਨੇਸ਼ਨ ਵਨ ਇਲੈਕਸ਼ਨ ਨੂੰ ਲਾਗੂ ਕੀਤਾ ਜਾਂਦਾ ਤਾਂ ਕਿਤੇ ਨਾ ਕਿਤੇ ਇਦਾਂ ਦੀਆਂ ਐਕਟੀਵਿਟੀਜ਼ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਮਤਲਬ ਕਿ ਚੋਣ ਜਾਬਤਾ ਦੇ ਚੱਲਦੇ ਹੋਏ ਪੂਰੇ ਦੇਸ਼ ਦੇ ਵਿੱਚ ਜੋ ਡਿਵੈਲਪਮੈਂਟਲ ਐਕਟੀਵਿਟੀਜ਼ ਆ ਉਹਨਾਂ ਨੂੰ ਬਹੁਤੇ ਲੰਬੇ ਸਮੇਂ ਲਈ ਰੋਕਣਾ ਨਾ ਪਵੇ। ਤੇ ਇਸ ਚੀਜ਼ ਦਾ ਦੂਸਰਾ ਕਾਫੀ ਵੱਡਾ ਬੈਨੀਫਿਟ ਇਹ ਹੈ, ਜਿਵੇਂ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਲੈਕਸ਼ਨ ਤੇ ਕਰੋੜਾਂ ਦਾ ਖਰਚਾ ਹੁੰਦਾ ਹੈ। ਤੇ ਜੇਕਰ ਵਨ ਨੇਸ਼ਨ ਵਨ ਇਲੈਕਸ਼ਨ ਪਾਲਿਸੀ ਲਾਗੂ ਹੁੰਦੀ ਹੈ ਤਾਂ ਕਿਤੇ ਨਾ ਕਿਤੇ ਇਲੈਕਸ਼ਨ ਤੇ ਹੋਣ ਵਾਲੇ ਖਰਚੇ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਜੇਕਰ 2019 ਦੇ ਇਲੈਕਸ਼ਨ ਦੀ ਹੀ ਗੱਲ ਕੀਤੀ ਜਾਵੇ ਤਾਂ ਟੋਟਲ 60,000 ਕਰੋੜ ਦਾ ਖਰਚਾ ਹੋਇਆ ਸੀ ਇਲੈਕਸ਼ਨ ਤੇ, ਜੋ ਕਿ ਦੁਨੀਆ ਦਾ ਹੁਣ ਤੱਕ ਦਾ ਸਭ ਤੋਂ ਮਹਿੰਗਾ ਇਲੈਕਸ਼ਨ ਹੋਇਆ ਸੀ। ਤੇ ਕਿਤੇ ਨਾ ਕਿਤੇ ਇਹ ਖਰਚਾ ਦਿਨੋਂ ਦਿਨ ਵੱਧਦਾ ਹੀ ਜਾ ਰਿਹਾ ਹੈ। ਜੇਕਰ 2009 ਦੇ ਇਲੈਕਸ਼ਨ ਦੀ ਗੱਲ ਕੀਤੀ ਜਾਵੇ ਤਾਂ ਟੋਟਲ 1115 ਕਰੋੜ ਦਾ ਖਰਚਾ ਹੋਇਆ ਸੀ ਤੇ ਉਹ ਤੋਂ 5 ਸਾਲ ਬਾਅਦ ਜਦੋਂ 2014 ਦੇ ਇਲੈਕਸ਼ਨ ਆਏ ਤਾਂ ਇਹੀ ਖਰਚਾ 3870 ਕਰੋੜ ਤੇ ਪਹੁੰਚ ਗਿਆ, ਯਾਨੀ ਕਿ ਆਲਮੋਸਟ 3 ਗੁਣਾ ਜ਼ਿਆਦਾ ਵੱਧ ਗਿਆ। ਸਿਰਫ ਇਲੈਕਸ਼ਨ ਕਮਿਸ਼ਨ ਹੀ ਨਹੀਂ, ਪਾਰਟੀਆਂ ਦੇ ਜਿਹੜੇ ਖੁਦ ਦੇ ਨੇਤਾ ਹੁੰਦੇ ਆ ਨਾ, ਉਹ ਵੀ ਆਪਣੀ ਕੰਪੇਨਿੰਗ ਕਰਨ ਦੇ ਲਈ ਬਹੁਤ ਸਾਰਾ ਪੈਸਾ ਉਡਾਉਂਦੇ ਆ। 2014 ਦੇ ਇਲੈਕਸ਼ਨ ਟਾਈਮ ਦੀ ਗੱਲ ਕੀਤੀ ਜਾਵੇ ਤਾਂ ਪਾਰਟੀਆਂ ਨੇ ਆਲਮੋਸਟ 1587 ਕਰੋੜ ਦਾ ਖਰਚਾ ਕੀਤਾ ਸੀ ਆਪਣੀ ਕੰਪੇਨਿੰਗ ਦੇ ਲਈ। ਬਟ ਇਹ ਸਿਰਫ ਇੱਕ ਅਫੀਸ਼ੀਅਲ ਡਾਟਾ ਹੈ। ਜੇਕਰ ਇਹਨੂੰ ਅਨਅਫੀਸ਼ੀਅਲ ਦੇਖਿਆ ਜਾਵੇ ਤਾਂ ਇਹ ਨੰਬਰ 30,000 ਕਰੋੜ ਦੇ ਆਸ-ਪਾਸ ਆਏਗਾ। 2014 ਦੇ ਸੈਂਟਰਲ ਇਲੈਕਸ਼ਨ ਤੋਂ ਬਾਅਦ ਜੇਕਰ ਸਟੇਟ ਇਲੈਕਸ਼ਨ ਦੀ ਗੱਲ ਕਰੀਏ ਤਾਂ ਤੁਸੀਂ ਆਪ ਦੇਖ ਸਕਦੇ ਹੋ ਕਿ ਕਿਵੇਂ ਭਰ ਕੇ ਪੈਸੇ ਉਡਾਏ ਗਏ ਆ। ਮਹਾਰਾਸ਼ਟਰ ਇਲੈਕਸ਼ਨ 793 ਕਰੋੜ ਦਾ ਖਰਚਾ, ਜੰਮੂ ਐਂਡ ਕਸ਼ਮੀਰ 110 ਕਰੋੜ ਦਾ ਖਰਚਾ, ਬਿਹਾਰ ਇਲੈਕਸ਼ਨਸ 300 ਕਰੋੜ ਦਾ ਖਰਚਾ, ਗੁਜਰਾਤ 250 ਕਰੋੜ ਤੱਕ ਖਰਚ ਕੀਤਾ ਗਿਆ। ਹਜੇ ਤਾਂ ਇਹ ਸਿਰਫ 4 ਸਟੇਟਾਂ ਦੇ ਨਾਮ ਹੀ ਦੱਸਿਆ ਤੇ ਜੇਕਰ ਇੰਡੀਆ ਦੀਆਂ ਸਾਰੀਆਂ ਸਟੇਟਾਂ ਦੇ ਪੈਸੇ ਜੋੜਨ ਲੱਗ ਗਏ ਨਾ ਤਾਂ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਕਿੰਨਾ ਪੈਸਾ ਉਡਾਇਆ ਗਿਆ। ਤਾਂ ਮੇਨ ਪੁਆਇੰਟ ਇੱਥੇ ਇਹੀ ਹੈ ਕਿ ਇਲੈਕਸ਼ਨ ਬਹੁਤ ਮਹਿੰਗੇ ਪੈ ਰਹੇ ਹੈ। ਹੁਣ ਜੇਕਰ ਗੱਲ ਕਰੀਏ ਡਿਸਕਸ਼ਨ ਪੇਪਰਸ ਦੀ, ਮਤਲਬ ਕਿ ਜੇਕਰ ਸਟੇਟ ਇਲੈਕਸ਼ਨ ਤੇ ਸੈਂਟਰਲ ਇਲੈਕਸ਼ਨ ਇਕੱਠੇ ਕਰਵਾਏ ਜਾਂਦੇ ਆ ਤਾਂ ਅਰਾਊਂਡ 4500 ਕਰੋੜ ਦਾ ਖਰਚਾ ਆਏਗਾ, ਯਾਨੀ ਕਿ ਇਲੈਕਸ਼ਨ ਤੇ ਖਰਚ ਹੋਣ ਵਾਲਾ 2000 ਕਰੋੜ ਤੱਕ ਦਾ ਜੋ ਪੈਸਾ ਹੈ ਉਹ ਬਚ ਸਕਦਾ ਹੈ। ਇਸ ਤੋਂ ਇਲਾਵਾ ਜਦੋਂ ਸਟੇਟ ਜਾਂ ਫਿਰ ਸੈਂਟਰਲ ਇਲੈਕਸ਼ਨ ਹੁੰਦੇ ਆ ਤਾਂ ਉਸ ਟਾਈਮ ਤੇ ਪੋਲਿੰਗ ਸਟੇਸ਼ਨ, EVM ਮਸ਼ੀਨਾਂ, ਸਟਾਫ ਹੋ ਗਿਆ, ਸਿਕਿਉਰਿਟੀ ਅਰੇਂਜਮੈਂਟਸ ਹੋ ਗਿਆ, ਉਹ ਕਰਨੇ ਪੈਂਦੇ, ਉਹ ਵੀ 2-2 ਵਾਰ। ਤੇ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ 2 ਵਾਰੀ ਇਨਵੈਸਟ ਕਰਨ ਦੀ ਬਜਾਏ ਜੇਕਰ ਇਹ ਸਾਰੀਆਂ ਚੀਜ਼ਾਂ ਇੱਕੋ ਵਾਰ ਹੁੰਦੀਆਂ ਨੇ ਤਾਂ ਕਾਫੀ ਸਾਰਾ ਪੈਸਾ ਬਚਾਇਆ ਜਾ ਸਕਦਾ ਹੈ। ਤੇ ਇਸ ਤੋਂ ਬਾਅਦ ਇਲੈਕਸ਼ਨ ਦੀ ਇੱਕ ਅੰਡਰਰੇਟਡ ਕਾਸਟ ਵੀ ਹੈ ਜੋ ਅਸੀਂ ਹਰ ਵਾਰੀ ਇਗਨੋਰ ਕਰ ਦਿੰਦੇ ਆ, ਉਹ ਹੈ ਗਵਰਨੈਂਸ ਡਾਊਨ ਟਾਈਮ। ਮਤਲਬ ਕਿ ਜਿਹੜੇ ਗਵਰਨਮੈਂਟ ਆਫੀਸਰਸ ਹੈ ਜਾਂ ਫਿਰ ਸਿਵਲ ਸਰਵੈਂਟਸ ਨੇ, ਉਹਨਾਂ ਦੀ ਆਪਣੀ ਡਿਊਟੀ ਛਡਵਾ ਕੇ ਉਹਨਾਂ ਨੂੰ ਇਲੈਕਸ਼ਨ ਦੇ ਵਿੱਚ ਡਿਊਟੀ ਲਾਈ ਜਾਂਦੀ ਹੈ। ਤੇ ਜੇਕਰ ਵਨ ਨੇਸ਼ਨ ਵਨ ਇਲੈਕਸ਼ਨ ਦੀ ਪਾਲਿਸੀ ਆਉਂਦੀ ਹੈ ਤਾਂ ਕਿਤੇ ਨਾ ਕਿਤੇ ਉਹ ਗਵਰਨਮੈਂਟ EMPLOYEES ਆਪਣੀ ਸਰਵਿਸ ਹੋਰ ਬੈਟਰ ਤਰੀਕੇ ਨਾਲ ਨਿਭਾ ਸਕਦੇ ਆ। ਉਹਨਾਂ ਨੂੰ ਬਾਰ-ਬਾਰ ਇਲੈਕਸ਼ਨਸ ਦੇ ਲਈ ਆਪਣੇ ਆਪ ਨੂੰ ਪ੍ਰਿਪੇਅਰ ਨਹੀਂ ਕਰਨਾ ਪਏਗਾ ਤੇ ਆਪਣੀ ਡਿਊਟੀ ਨਹੀਂ ਛੱਡਣੀ ਪਏਗੀ। ਤੇ ਮੋਸਟ ਇੰਪੋਰਟੈਂਟਲੀ ਜਿਹੜੇ ਪੋਲੀਟੀਸ਼ੀਅਨਸ ਹੈ, ਇਹਨਾਂ ਦੇ ਕੰਪੇਨ ਦੇ ਕਾਫੀ ਸਾਰੇ ਪੈਸੇ ਬਚ ਸਕਦੇ ਆ। ਜੇਕਰ ਇਹ ਕੰਸੈਪਟ ਲਾਗੂ ਹੁੰਦਾ ਤਾਂ ਇੱਕੋ ਵਾਰ 'ਚ ਉਹ ਆਪਣਾ ਸਾਰਾ ਕੁਝ ਦੱਸ ਸਕਦੇ ਆ ਕਿ ਕੀ ਉਹਨਾਂ ਨੇ ਕਰਿਆ ਤੇ ਕੀ ਉਹ ਕਰਨਾ ਚਾਹੁੰਦੇ ਆ। ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਵਨ ਨੇਸ਼ਨ ਵਨ ਇਲੈਕਸ਼ਨ ਕੰਸੈਪਟ ਨੂੰ ਡਾਇਰੈਕਟ ਤੇ ਇਨਡਾਇਰੈਕਟ ਤਰੀਕੇ ਨਾਲ ਇਹ ਜਿਹੜੀ ਕਾਸਟ ਹੈ ਇਹਨੂੰ ਰਿਡਿਊਸ ਕਰਨ ਦਾ ਇੱਕ ਬੈਸਟ ਆਪਸ਼ਨ ਤਾਂ ਮੰਨਿਆ ਜਾ ਸਕਦਾ ਹੈ। ਤੇ ਇਹਦਾ ਇੱਕ ਬੈਨੀਫਿਟ ਇਹ ਵੀ ਹੋ ਸਕਦਾ ਹੈ ਕਿ ਇਹਦੇ ਨਾਲ ਸਾਡੇ ਦੇਸ਼ ਦੀ ਸਿਕਿਉਰਿਟੀ ਨੂੰ ਹੋਰ ਇੰਪਰੂਵ ਕੀਤਾ ਜਾ ਸਕਦਾ ਹੈ। ਅੱਜ ਦੇ ਟਾਈਮ ਤੇ ਜਦੋਂ ਇਲੈਕਸ਼ਨ ਹੁੰਦੇ ਆ ਨਾ ਤਾਂ ਉਹ ਇਲੈਕਸ਼ਨ ਸਮੂਥਲੀ ਹੋ ਸਕਣ, ਪਬਲਿਕ ਸੇਫਟੀ ਦੇ ਲਈ ਫੋਰਸਸ ਨੂੰ ਇਲੈਕਸ਼ਨ ਤੋਂ 4 ਮਹੀਨੇ ਪਹਿਲਾਂ ਹੀ ਤਾਇਨਾਤ ਕਰ ਦਿੱਤਾ ਜਾਂਦਾ ਹੈ। ਤੇ ਇਲੈਕਸ਼ਨ ਡਿਊਟੀਜ਼ ਦੇ ਲਈ ਉਹਨਾਂ ਨੂੰ ਆਪਣੀ ਰੀਅਲ ਡਿਊਟੀ ਦੇ ਨਾਲ ਕੰਪਰੋਮਾਈਜ਼ ਕਰਨਾ ਪੈਂਦਾ, ਮਤਲਬ ਕਿ ਉਹਨਾਂ ਨੂੰ ਆਪਣੀ ਰੀਅਲ ਡਿਊਟੀ ਛੱਡਣੀ ਪੈਂਦੀ ਹੈ। ਤੇ ਜੇ ਇਹ ਕੰਸੈਪਟ ਲਾਗੂ ਹੁੰਦਾ ਤਾਂ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਤੋਂ ਛੁਟਕਾਰਾ ਮਿਲ ਸਕਦਾ ਹੈ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਵਨ ਨੇਸ਼ਨ ਵਨ ਇਲੈਕਸ਼ਨ ਜੇਕਰ ਇੰਨੇ ਬ੍ਰਿਲੀਅੰਟ ਕੰਸੈਪਟ ਹੈ, ਫਿਰ ਵੀ ਕੁਝ ਪਾਰਟੀਆਂ ਦਾ ਵਿਰੋਧ ਕਿਉਂ ਕਰ ਰਹੀਆਂ ਨੇ ਕਿ ਵਾਕਈ ਇਹ ਇਲੈਕਸ਼ਨ ਪ੍ਰੋਪੇਗੈਂਡਾ ਹੈ? ਤਾਂ ਡੈਫੀਨੇਟਲੀ ਇਹਦੇ ਕੁਝ ਨਾ ਕੁਝ ਤਾਂ ਡਰਾਬੈਕਸ ਹੋਣਗੇ। ਕੁਝ ਸਟੱਡੀਜ਼ ਦੇ ਅਕੋਰਡਿੰਗ ਇਹ ਪਤਾ ਲੱਗਦਾ ਹੈ ਕਿ ਵਨ ਨੇਸ਼ਨ ਵਨ ਇਲੈਕਸ਼ਨ ਪਾਲਿਸੀ ਦਾ ਸਭ ਤੋਂ ਜ਼ਿਆਦਾ ਫਾਇਦਾ ਹੁੰਦਾ ਟੌਪ ਦੀ ਪਾਰਟੀ ਨੂੰ। IDFC ਇੰਸਟੀਚਿਊਟ ਨੇ 2015 ਦੇ ਵਿੱਚ ਇੱਕ ਸਟੱਡੀ ਕੀਤੀ ਸੀ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਜੇਕਰ ਸੈਂਟਰਲ ਇਲੈਕਸ਼ਨ ਤੇ ਸਟੇਟ ਇਲੈਕਸ਼ਨ ਇੱਕੋ ਟਾਈਮ ਤੇ ਹੁੰਦੇ ਆ ਤਾਂ ਜਿਹੜੀ ਟੌਪ ਦੀ ਪਾਰਟੀ ਹੈ ਜਾਂ ਫਿਰ ਜਿਹੜੀ ਰੂਲਿੰਗ ਪਾਰਟੀ ਹੈ ਉਹਦੇ 77% ਚਾਂਸਸ ਹੈ ਜਿੱਤਣ ਦੇ। ਬਟ ਜੇਕਰ ਇਹੀ ਇਲੈਕਸ਼ਨ 6 ਮਹੀਨਿਆਂ ਦੇ ਗੈਪ ਤੇ ਕਰਵਾਏ ਜਾਣ ਤਾਂ ਇਹ ਪਰਸੈਂਟੇਜ ਡ੍ਰੌਪ ਹੋ ਕੇ 77% ਤੋਂ 62% ਤੇ ਆ ਜਾਏਗੀ। ਪਰ ਇਹ 6 ਮਹੀਨਿਆਂ ਦੇ ਗੈਪ ਦੇ ਵਿੱਚ ਇਦਾਂ ਦਾ ਕੀ ਹੋ ਜਾਂਦਾ ਹੈ? ਸੋ ਬੇਸਿਕਲੀ ਇਸ ਟਾਈਮ ਦੇ ਦੌਰਾਨ ਜਿਹੜੇ ਵੋਟਰਸ ਹੁੰਦੇ ਆ ਉਹ ਆਪਣਾ ਸੈਕੰਡ ਆਪਸ਼ਨ ਚੂਜ਼ ਕਰਦੇ ਆ, ਜਾਂ ਤਾਂ ਜਿਨ੍ਹਾਂ ਨੂੰ ਉਹਨਾਂ ਨੇ ਪਹਿਲਾਂ ਵੋਟ ਦਿੱਤੀ ਹੁੰਦੀ ਆ ਉਹ ਤੋਂ ਉਹ ਸੈਟੀਸਫਾਈ ਨਹੀਂ ਹੁੰਦੇ, ਮਤਲਬ ਕਿ ਉਹਨਾਂ ਨੂੰ ਆਪਣੀ ਵੋਟ ਦੇਣ ਤੇ ਅਫਸੋਸ ਹੁੰਦਾ ਹੈ, ਤੇ ਜਾਂ ਫਿਰ ਉਹ ਦੂਜੇ ਕੈਂਡੀਡੇਟ ਤੋਂ ਬਹੁਤ ਜ਼ਿਆਦਾ ਇੰਪ੍ਰੈਸ ਹੋ ਜਾਂਦੇ ਆ, ਜਿਹਦੀ ਵਜ੍ਹਾ ਤੇ ਚੱਲਦੇ ਹੋਏ ਇਹ ਪਰਸੈਂਟੇਜ ਡ੍ਰੌਪ ਡਾਊਨ ਹੁੰਦੀ ਹੈ। ਇੱਥੇ ਆਪਾਂ ਬਿਹਾਰ ਦਾ ਐਗਜ਼ਾਮਪਲ ਲੈ ਕੇ ਚੱਲਦੇ ਹਾਂ। 2014 ਦੀ ਜਦੋਂ ਪਾਰਲੀਮੈਂਟ ਇਲੈਕਸ਼ਨ ਹੋਈ ਸੀ ਤਾਂ ਉੱਥੇ ਬਿਹਾਰ ਦੇ ਵਿੱਚ BJP ਨੂੰ 41% ਵੋਟਾਂ ਮਿਲੀਆਂ ਸੀ। ਬਟ ਉਸ ਤੋਂ ਅਗਲੇ ਸਾਲ ਜਦੋਂ 2015 ਦੇ ਵਿੱਚ ਬਿਹਾਰ ਦੀਆਂ ਸਟੇਟ ਇਲੈਕਸ਼ਨ ਹੁੰਦੀਆਂ ਨੇ ਤਾਂ BJP
ਬੀਜੇਪੀ ਦਾ ਇਹ ਨੰਬਰ ਡ੍ਰੌਪ ਡਾਊਨ ਹੋ ਕੇ 36% ਤੱਕ ਹੀ ਰਹਿ ਜਾਂਦਾ ਹੈ। ਹੁਣ ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਜੇ ਉਸ ਟਾਈਮ ਤੇ ਵਨ ਨੇਸ਼ਨ ਵਨ ਇਲੈਕਸ਼ਨ ਵਾਲੀ ਪਾਲਿਸੀ ਲਾਗੂ ਹੁੰਦੀ ਤਾਂ ਬੀਜੇਪੀ ਨੂੰ 5% ਵੋਟਾਂ ਐਕਸਟਰਾ ਮਿਲਣੀਆਂ ਸੀ ਤੇ ਉਹ ਇਲੈਕਸ਼ਨ ਜਿੱਤ ਸਕਦੀ ਸੀ। ਤੇ ਇਹਦੇ ਨਾਲ ਇਸ ਕਨਸੈਪਟ ਦਾ ਇੱਕ ਡ੍ਰੌਬੈਕ ਇਹ ਵੀ ਹੈ ਕਿ ਜਿਹੜੇ ਨੈਸ਼ਨਲ ਇਸ਼ੂ ਨੇ ਉਹ ਲੋਕਲ ਇਸ਼ੂ ਨੂੰ ਓਵਰਸ਼ੈਡੋ ਕਰ ਸਕਦੇ ਆ। ਮਤਲਬ ਕਿ ਜਿਹੜੇ ਲੋਕਲ ਸਟੇਟ ਲੈਵਲ ਦੇ ਇਸ਼ੂਜ਼ ਨੇ ਉਹ ਨੈਸ਼ਨਲ ਇਸ਼ੂਜ਼ ਦੇ ਥੱਲੇ ਲੁਕੇ ਰਹਿ ਸਕਦੇ ਆ ਤੇ ਨੈਸ਼ਨਲ ਪਾਰਟੀ ਨੂੰ ਇਸ ਚੀਜ਼ ਦਾ ਪੂਰਾ ਫਾਇਦਾ ਮਿਲ ਸਕਦਾ ਹੈ। ਤੇ ਦੂਜੇ ਪਾਸੇ ਜਿਹੜੀਆਂ ਸਮਾਲ ਜਾਂ ਫਿਰ ਰੀਜਨਲ ਪਾਰਟੀਆਂ ਨੇ ਉਹਨਾਂ ਨੂੰ ਅੱਗੇ ਆਉਣ ਲਈ ਬਹੁਤ ਸਾਰਾ ਸਟਰਗਲ ਕਰਨਾ ਪਏਗਾ, ਬਹੁਤ ਸਾਰੀਆਂ ਪ੍ਰੋਬਲਮਸ ਦਾ ਸਾਹਮਣਾ ਕਰਨਾ ਪਏਗਾ। ਤੇ ਇਸ ਤੋਂ ਇਲਾਵਾ ਜੇਕਰ ਦੇਖਿਆ ਜਾਵੇ ਇਲੈਕਸ਼ਨਸ ਜਦੋਂ ਅਲੱਗ-ਅਲੱਗ ਟਾਈਮ ਤੇ ਹੁੰਦੇ ਆ ਨਾ ਤੇ ਜਿਹੜੇ ਪੋਲੀਟੀਕਲ ਲੀਡਰਸ ਆ ਉਹ ਸਾਡੀਆਂ ਨਜ਼ਰਾਂ 'ਚ ਰਹਿੰਦੇ ਆ। ਕਿਤੇ ਨਾ ਕਿਤੇ ਜਦੋਂ ਸੈਂਟਰਲ ਇਲੈਕਸ਼ਨ ਹੋ ਜਾਂਦੇ ਆ ਉਸ ਤੋਂ ਬਾਅਦ ਸਟੇਟ ਇਲੈਕਸ਼ਨ ਆਉਣ ਵਾਲੇ ਆ ਤਾਂ ਜਿਹੜੇ ਪੋਲੀਟੀਕਲ ਲੀਡਰਸ ਨੇ ਉਹ ਹਮੇਸ਼ਾ ਪਬਲਿਕ ਦੀਆਂ ਨਜ਼ਰਾਂ 'ਚ ਰਹਿੰਦੇ ਆ, ਮੀਡੀਆ ਦਾ ਉਹਨਾਂ ਤੇ ਫੋਕਸ ਰਹਿੰਦਾ ਤਾਂ ਉਹ ਆਪਣੇ ਆਪ ਨੂੰ ਕੌਨਸ਼ੀਅਸ ਰੱਖਦੇ ਆ ਕਿ ਅਸੀਂ ਡਿਵੈਲਪਮੈਂਟਲ ਵੱਲ ਧਿਆਨ ਦੇਣਾ, ਅਸੀਂ ਕੀ ਬੋਲਣਾ, ਸਾਡੀਆਂ ਕੀ ਐਕਟੀਵਿਟੀਜ਼ ਹੋਣਗੀਆਂ। ਮਤਲਬ ਕਿ ਜਿਹੜੇ ਪੋਲੀਟੀਸ਼ੀਅਨਸ ਨੇ ਉਹਨਾਂ ਤੇ ਇੱਕ ਪ੍ਰੈਸ਼ਰ ਬਣਿਆ ਰਹਿੰਦਾ ਹੈ। ਫੋਰ ਐਗਜ਼ਾਮਪਲ 2014 ਦੇ ਵਿੱਚ ਜਨਰਲ ਇਲੈਕਸ਼ਨ ਹੋਏ ਸੀ ਤੇ ਉਸ ਤੋਂ ਬਾਅਦ ਜਨਰਲ ਇਲੈਕਸ਼ਨ ਹੋਏ 2019 ਦੇ ਵਿੱਚ ਤੇ ਇਸ ਟਾਈਮ ਦੇ ਦੌਰਾਨ ਬਹੁਤ ਸਾਰੇ ਸਟੇਟ ਇਲੈਕਸ਼ਨ ਹੋਏ ਸੀ, ਜਿਵੇਂ ਕਿ ਹਰਿਆਣਾ ਤੇ ਮਹਾਰਾਸ਼ਟਰ ਦੇ ਇਲੈਕਸ਼ਨ ਹੋਏ ਸੀ ਅਕਤੂਬਰ 2014 ਦੇ ਵਿੱਚ, ਜੰਮੂ ਐਂਡ ਕਸ਼ਮੀਰ ਦੇ ਇਲੈਕਸ਼ਨ ਹੋਏ ਸੀ ਨਵੰਬਰ 2014 ਦੇ ਵਿੱਚ ਤੇ 2015 ਚ ਆ ਕੇ ਫਿਰ ਹੁੰਦੇ ਆ ਝਾਰਖੰਡ ਦੇ ਇਲੈਕਸ਼ਨ। ਮਤਲਬ ਕਿ ਜਨਰਲ ਇਲੈਕਸ਼ਨ ਦੇ ਵਿੱਚ ਜਿੱਤਣ ਤੋਂ ਬਾਅਦ ਵੀ ਇਹਨਾਂ ਪਾਰਟੀਆਂ ਤੇ ਪ੍ਰੈਸ਼ਰ ਬਣਿਆ ਰਹਿੰਦਾ ਸਟੇਟ ਇਲੈਕਸ਼ਨ ਨੂੰ ਜਿੱਤਣ ਦਾ। ਬਟ ਜੇ ਕਿਤੇ ਵਨ ਨੇਸ਼ਨ ਵਨ ਇਲੈਕਸ਼ਨ ਵਾਲੀ ਪਾਲਿਸੀ ਲਾਗੂ ਹੁੰਦੀ ਹੈ, ਇੱਕੋ ਟਾਈਮ ਤੇ ਸਾਰੀਆਂ ਵੋਟਾਂ ਦਾ ਝੰਜਟ ਖਤਮ ਹੋ ਜਾਂਦਾ ਤਾਂ ਕਿਤੇ ਨਾ ਕਿਤੇ ਇਹਨਾਂ ਪੋਲੀਟੀਸ਼ੀਅਨਸ ਤੇ ਜਾਂ ਫਿਰ ਇਹਨਾਂ ਪਾਰਟੀਆਂ ਦਾ ਜਿਹੜਾ ਪ੍ਰੈਸ਼ਰ ਹੈ ਉਹ ਘਟ ਜਾਏਗਾ। ਕਿਤੇ ਨਾ ਕਿਤੇ ਇਹ ਆਪਣੀ ਰਿਸਪੌਂਸਿਬਿਲਟੀ ਤੋਂ ਭੱਜਣਾ ਸ਼ੁਰੂ ਕਰ ਦੇਣਗੇ। ਜਿੰਨਾ ਐਕਟਿਵਲੀ ਤੁਹਾਨੂੰ ਅੱਜ ਨਜ਼ਰ ਆਉਂਦੇ ਆ ਸ਼ਾਇਦ ਇਹ ਇੰਨਾ ਐਕਟਿਵਲੀ ਨਜ਼ਰ ਨਾ ਆਉਣ। ਸੋ ਐਟ ਦਾ ਐਂਡ ਜੇਕਰ ਦੇਖਿਆ ਜਾਵੇ ਤਾਂ ਵਨ ਨੇਸ਼ਨ ਵਨ ਇਲੈਕਸ਼ਨ ਪਾਲਿਸੀ ਨੂੰ ਲਾਗੂ ਕਰਨਾ ਕਾਫੀ ਚੈਲੰਜਿੰਗ ਭਰਿਆ ਹੋਏਗਾ ਤੇ ਮੰਨ ਕੇ ਚੱਲਦੇ ਹਾਂ ਕਿ 2019 ਦੇ ਵਿੱਚ ਜੇਕਰ ਇਹ ਪਾਲਿਸੀ ਲਾਗੂ ਹੁੰਦੀ ਤਾਂ ਸਿਨੈਰੀਓ ਕਿੱਦਾਂ ਦਾ ਹੋਣਾ ਸੀ। ਕੇਰਲਾ, ਅਸਾਮ, ਤਾਮਿਲਨਾਡੂ ਨੂੰ ਆਪਣੇ ਟਰਮ ਦੇ ਵਿੱਚੋਂ 2 ਸਾਲ ਕੱਟ ਸ਼ਾਰਟ ਕਰਨੇ ਪੈਣੇ ਸੀ। ਮਤਲਬ ਕਿ ਉਹਨਾਂ ਨੂੰ 2 ਸਾਲ ਪਹਿਲਾਂ ਇਲੈਕਸ਼ਨ ਕਰਵਾਉਣੇ ਪੈਣੇ ਸੀ ਤੇ ਉੱਥੇ ਦੂਜੇ ਪਾਸੇ ਗੋਆ, ਉੱਤਰਾਖੰਡ ਤੇ ਉੱਤਰ ਪ੍ਰਦੇਸ਼ ਨੂੰ 2 ਸਾਲ ਐਕਸਟੈਂਡ ਕਰਨੇ ਪੈਣੇ ਸੀ ਤੇ ਬਹੁਤ ਸਾਰੀਆਂ ਪਾਰਟੀਆਂ ਇਸ ਚੀਜ਼ ਨਾਲ ਕਦੇ ਵੀ ਸਹਿਮਤ ਨਹੀਂ ਹੋਣਗੀਆਂ। ਤੇ ਜੇਕਰ ਇਦਾਂ ਹੁੰਦਾ ਵੀ ਹੈ ਤੇ ਜੇਕਰ ਕੋਈ ਸਟੇਟ ਪਾਰਟੀ ਹਾਰ ਜਾਂਦੀ ਹੈ ਜਾਂ ਫਿਰ ਸੈਂਟਰਲ ਗਵਰਨਮੈਂਟ ਡਿਸੋਲਵ ਹੋ ਜਾਂਦੀ ਹੈ ਤਾਂ ਫਿਰ ਤੋਂ ਇਹ ਸਾਰਾ ਸ਼ੈਡਿਊਲ ਵਿਗੜ ਜਾਏਗਾ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਇਹ ਵੀ ਲੱਗਦਾ ਕਿ ਵਨ ਨੇਸ਼ਨ ਵਨ ਇਲੈਕਸ਼ਨ ਪਾਲਿਸੀ ਦੀਆਂ ਬਹੁਤ ਸਾਰੀਆਂ ਡਾਰਕ ਸਾਈਡਸ ਵੀ ਨੇ। ਸੋ ਐਟ ਦਾ ਐਂਡ ਡਿਸੀਜਨ ਤੁਹਾਡਾ ਹੋਏਗਾ, ਵਨ ਨੇਸ਼ਨ ਵਨ ਪਾਲਿਸੀ ਦੇਸ਼ ਲਈ ਵਧੀਆ ਸਾਬਿਤ ਹੋ ਸਕਦੀ ਹੈ ਜਾਂ ਫਿਰ ਇਹਦੇ ਕੀ ਨੁਕਸਾਨ ਹੋ ਸਕਦੇ ਆ, ਇਹ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ। ਜਲਦੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ। ਸ਼ੁਕਰੀਆ।